ਦੱਸਦਾ ਜੀ ਵੀ ਉਹ ਜਿਹੜੀ ਦਰਖਾਸਤ ਦਿੱਤੀ ਸੀ ਅਸੀਂ 24 ਦਸੰਬਰ ਨੂੰ ਦਿੱਤੀ ਸੀਗੀ। ਡੀਜੀਪੀ ਸਾਹਿਬ ਉੱਥੇ ਮਨੋਜ ਯਾਦਵ ਜੀ ਨੇ, ਉਹਨਾਂ ਨੂੰ ਪਰਸਨਲੀ ਅਸੀਂ ਮਿਲੇ ਸੀ। 6-7 ਵਕੀਲ ਉੱਥੋਂ ਲੁਧਿਆਣੇ ਤੋਂ ਐਡਵੋਕੇਟ ਗਏ ਸੀ ਔਰ ਸਾਡਾ ਮਕਸਦ ਇਹੀ ਸੀ ਕਿ ਜਿਹੜੀ ਵੀ ਆਮ ਤੌਰ ਤੇ ਕੋਈ ਵੀ ਬੰਦਾ ਜੋ ਸੁਸਾਈਡ ਨੋਟ ਲਿਖ ਕੇ ਸੁਸਾਈਡ ਕਰਦਾ ਹੈ ਤਾਂ ਜੇ ਦਿਨੇ ਜਾਂ ਸ਼ਾਮ ਨੂੰ ਜਦੋਂ ਵੀ ਉਹ ਸੁਸਾਈਡ ਕਮਿਟ ਹੁੰਦੀ ਹੈ ਤਾਂ ਵਿਦਿਨ ਆਵਰਸ ਮਤਲਬ ਕੁਝ ਘੰਟਿਆਂ ਦੇ ਵਿੱਚ FIR ਦਰਜ ਹੁੰਦੀ ਹੈ। ਇਹਨਾਂ ਦੇ ਵਿੱਚ ਕਾਫੀ ਸਾਰੇ ਲੋਕ ਇਹ ਵੀ ਕਲੇਮ ਕਰਦੇ ਆ ਕਿ ਸ਼ਾਇਦ ਜਿਹੜੀ ਇਹ ਦਰਖਾਸਤ ਹੈ ਇਹ ਉਹਦੇ ਵੱਲੋਂ ਨਹੀਂ ਲਿਖੀ ਹੋਈ ਜਾਂ ਸੁਸਾਈਡ ਨੋਟ ਇਹ ਬੰਦੇ ਵੱਲੋਂ ਨਹੀਂ ਲਿਖਿਆ ਹੋਇਆ, ਬਟ ਫਿਰ ਵੀ ਪੁਲਿਸ ਦਾ ਜਿਹੜਾ ਕੰਮ ਹੁੰਦਾ, ਪੁਲਿਸ ਸਭ ਤੋਂ ਪਹਿਲਾਂ ਤਾਂ ਇੱਕ FIR ਦਰਜ ਕਰਦੀ ਹੈ। ਰਾਮ ਸਿੰਘ ਜੀ ਦੇ ਮਾਮਲੇ ਦੇ ਵਿੱਚ ਵੀ ਪੁਲਿਸ ਨੂੰ ਸਭ ਤੋਂ ਪਹਿਲਾਂ ਜਿਹੜੀ ਵੀ ਬੰਦਾ ਦੋਸ਼ੀ ਹੈ ਉਹਦੇ ਤੇ FIR ਕਰਨੀ ਚਾਹੀਦੀ ਹੈ। ਜਿਹੜਾ ਸਾਡਾ ਕਾਨੂੰਨ ਹੈ, ਸੰਵਿਧਾਨ ਹੈ, ਉਹ ਕੋਈ ਸਪੈਸ਼ਲ ਪ੍ਰਿਵਿਲੇਜ ਨਹੀਂ ਦਿੰਦਾ। ਜਿਹੜਾ ਭਾਵੇਂ ਨਰਿੰਦਰ ਮੋਦੀ ਹੈ, ਭਾਵੇਂ ਕੋਈ ਵੀ ਮੰਤਰੀ ਹੈ, ਤੋਮਰ ਹੈ ਜਾਂ ਇਹ ਮਨੋਹਰ ਲਾਲ ਖੱਟੜ ਹੈ, ਇਹਨਾਂ ਸਾਰਿਆਂ ਤੇ ਜਿਹੜੀ FIR ਹੈ ਉਹ ਐਜ਼ ਪਰ ਲਾਅ ਬਣਦੀ ਹੈ, ਜਿਹਦੇ ਵਾਸਤੇ ਅਸੀਂ ਕੰਪਲੇਂਟ ਦਿੱਤੀ ਸੀ। ਔਰ ਉਹ ਕੰਪਲੇਂਟ ਜਿਹੜੀ ਸਾਡੀ ਅੱਜ ਹੀ ਮੈਨੂੰ ਉੱਥੋਂ ਫੋਨ ਆਇਆ 6 ਤਰੀਕ ਅੱਜ ਉਹਨਾਂ ਨੇ ADGP ਰੋਹਤਕ ਜੀ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀ ਹੈ ਔਰ ਮੈਨੂੰ ਪੱਕਾ ਯਕੀਨ ਹੈ ਜੀ ਇਹਦੇ ਤੇ FIR 100% ਹੋਏਗੀ ਔਰ ਇਹਨੂੰ ਅੰਦਰ ਕਰਾਵਾਂਗੇ। ਜਦੋਂ ਅਸੀਂ ਗਏ ਉਸ ਦਿਨ ਵੀ ਅਸੀਂ ਇਹ ਚੀਜ਼ ਦੇਖੀ ਕਿ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਸਾਨੂੰ ਉੱਥੇ DGP ਆਫਿਸ 'ਚ ਵੀ ਇਹ ਕਿਹਾ ਵੀ ਐਡੀ ਵੱਡੀ ਕੰਪਲੇਂਟ, ਐਡੀ ਵੱਡੀ ਤਾਂ ਅੱਜ ਤੱਕ ਕਦੇ ਨਹੀਂ ਆਈ। ਮਤਲਬ ਡਰਦੇ ਆ, ਮੈਂ ਸਿੱਧਾ ਕਹਿਣਾ ਵੀ ਡਰਦੇ ਆ। ਔਰ 24 ਤਰੀਕ ਤੋਂ ਲੈ ਕੇ ਵੀ ਅਸੀਂ ਨਾਰਮਲ ਦੇਖਦੇ ਹਾਂ, ਤੁਸੀਂ ਵੀ ਸ਼ਾਇਦ ਕਦੇ ਕੰਪਲੇਂਟ ਦਿੱਤੀ ਹੋਵੇ, ਅਸੀਂ ਕਮਿਸ਼ਨਰ ਸਾਹਿਬ ਕੋਲ ਜਾਂਦੇ ਹਾਂ ਜਾਂ ਕਿਸੇ DGP ਸਾਹਿਬ ਕੋਲ ਜਾਂਦੇ ਹਾਂ, ਸਵੇਰੇ ਕੰਪਲੇਂਟ ਦਿੰਦੇ ਹਾਂ, ਸ਼ਾਮ ਨੂੰ ਨੰਬਰ ਲੱਗ ਜਾਂਦਾ, ਪਤਾ ਲੱਗ ਜਾਂਦਾ ਵੀ ਅਗਲੀ ਕਾਰਵਾਈ ਇੱਥੇ ਭੇਜਤੀ। ਔਰ ਸਾਡੀ ਦਰਖਾਸਤ ਨੂੰ ਅਜੇ 13 ਦਿਨ ਹੋ ਗਏ, 13 ਦਿਨ ਬਾਅਦ ਵੀ ਘੱਟੋ ਘੱਟ ਮੇਰੇ ਖਿਆਲ 20-25 ਫੋਨ ਕਰਤੇ ਹੋਣੇ ਆ, ਬਾਰ-ਬਾਰ ਕਿਹਾ ਵੀ ਨਹੀਂ ਕਾਰਵਾਈ ਕਰੋਗੇ ਫਿਰ ਅਸੀਂ ਕੋਰਟ ਜਾਣਾ ਪਵੇਗਾ। ਬਟ ਐਂਡ ਅੱਜ ਉਹਨਾਂ ਨੇ ਇੱਕ ਕੰਪਲੇਂਟ ਸਾਡੀ ਮਾਰਕ ਕਰਤੀ FIR ਦਰਜ ਕਰਾਉਣ ਵਾਸਤੇ ਨਰਿੰਦਰ ਮੋਦੀ ਜਿਵੇਂ ਤੁਸੀਂ ਨਾਮ ਦੱਸੇ ਨਾ ਸਾਰਿਆਂ ਦੇ ਖਿਲਾਫ, ਔਰ ਇਹ ਦਰਜ ਅਸੀਂ ਕਰਾ ਕੇ ਹਟਾਂਗੇ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰਤਾਂਦਾ ਜੀ। ਦਿੱਲੀ ਦੀ ਬਰੂਹਾਂ ਉੱਤੇ ਸਾਡਾ ਜਿਹੜਾ ਅੰਨਦਾਤਾ ਹੈ ਲਗਾਤਾਰ ਬੈਠਾ ਹੋਇਆ। ਕਈ ਸ਼ਹਾਦਤਾਂ ਵੀ ਜਿਹੜੀਆਂ ਹੈਗੀਆਂ ਸਾਡੇ ਅੰਨਦਾਤਾ ਵੱਲ ਦੀਆਂ ਹੋ ਚੁੱਕੀਆਂ ਹੋਈਆਂ, ਲੇਕਿਨ ਕੇਂਦਰੀ ਸਰਕਾਰ ਐਸੀ ਸਰਕਾਰ ਹੈਗੀ ਹੈ ਜਿਹੜੀ ਲਗਾਤਾਰ ਮੀਟਿੰਗਾਂ ਕਰ ਰਹੀ ਹੈ। ਮੀਟਿੰਗਾਂ ਤੋਂ ਬਾਅਦ ਵੀ ਜਿਹੜੀ ਹੈਗੀ ਹੈ ਹਜੇ ਤੱਕ ਵੀ ਆਰਡੀਨੈਂਸ ਕੈਂਸਲ ਕਰਨ ਦਾ ਕੋਈ ਫੈਸਲਾ ਨਹੀਂ ਲੈਂਦੀ। ਸਾਫ਼ ਕਿਹਾ ਜਾਂਦਾ ਕ੍ਰਿਸ਼ੀ ਮੰਤਰੀ ਵੱਲੋਂ ਕਿ ਜਿਹੜੇ ਆਰਡੀਨੈਂਸ ਹੈਗੇ ਉਹਦਾ ਤਬਦੀਲੀ ਕੀਤੀ ਜਾ ਸਕਦੀ, ਲੇਕਿਨ ਉਹਨਾਂ ਨੂੰ ਕੈਂਸਲ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਦੱਸ ਦਈਏ ਹਰਿਆਣਾ DGP ਦੇ ਦਫ਼ਤਰ ਇੱਕ ਦਰਖਾਸਤ ਦਿੱਤੀ ਜਾਂਦੀ ਹੈ ਸਾਡੇ ਲੁਧਿਆਣੇ ਦੇ ਇੱਕ ਵਕੀਲ ਨੇ ਗਗਨ ਜੀ ਉਹਨਾਂ ਵੱਲੋਂ, ਲੇਕਿਨ ਦਰਖਾਸਤ ਕਿਹਦੇ ਖਿਲਾਫ ਦਿੱਤੀ ਜਾਂਦੀ ਹੈ? ਹਰਿਆਣਾ ਦੇ CM ਮਨੋਹਰ ਲਾਲ ਖੱਟੜ, ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕ੍ਰਿਸ਼ੀ ਮੰਤਰੀ ਤੋਮਰ ਜੀ ਦੇ ਖਿਲਾਫ। ਨਾਮ ਸੁਣ ਕੇ ਕੋਈ ਵੀ ਜਿਹੜਾ ਸ਼ਖਸ ਹੈਗਾ ਹਜੇ ਤੱਕ ਹਰਿਆਣਾ ਦੇ ਵਿੱਚ ਵੀ ਕਿਸੇ ਸ਼ਖਸ ਨੇ ਇੰਨੀ ਹਿਮਾਇਤ ਨਹੀਂ ਕੀਤੀ ਹੋਊਗੀ ਜਿਹੜਾ CM ਦੇ ਖਿਲਾਫ ਜਿਹੜੀ ਦਰਖਾਸਤ ਦਿੱਤੀ ਜਾਵੇ। 24 ਤਰੀਕ ਨੂੰ ਦਰਖਾਸਤ ਦਿੱਤੀ ਜਾਂਦੀ ਹੈ ਹਰਿਆਣਾ DGP ਨੂੰ, ਲੇਕਿਨ ਅੱਜ ਤਰੀਕ ਜਿਹੜੀ ਹੋਗੀ 6। ਗਗਨ ਜੀ ਕੋ ਤਾਂ ਕਰਕੇ ਪਹੁੰਚਿਆ ਕਿਉਂਕਿ ਕਈ ਵਾਰੀ ਆ ਦੇਖਣ ਨੂੰ ਮਿਲਦਾ ਹੈ, ਕਈ ਵਾਰੀ ਸਸਤੀ ਸ਼ੋਹਰਤ ਹਾਸਿਲ ਕਰਨ ਵਾਸਤੇ ਵਕੀਲ ਭਾਈਚਾਰਾ ਜਿਹੜਾ ਹੈਗਾ ਵਾ ਕਿ ਇੱਧਰ ਹੀ ਸਟੰਟ ਜਿਹੜਾ ਹੈਗਾ ਅਪਣਾ ਲੈਂਦਾ, ਲੇਕਿਨ ਅਸੀਂ ਉਹ ਜਿਹੜੇ ਸਾਡੇ ਅੰਨਦਾਤਾ ਉੱਥੇ ਬੈਠੇ ਹੋਏ ਉਹਨਾਂ ਨੂੰ ਸੱਚਾਈ ਦਿਖਾਉਣ ਵਾਸਤੇ ਤੇ ਪਹੁੰਚਿਆ ਕਿ ਇੰਨਾ ਸਮੇਂ ਆਪਾਂ ਇਹਨਾਂ ਨੂੰ ਇਸ ਕਰਕੇ ਦਿੱਤਾ ਕਿ ਇਸ ਸਮੇਂ ਬਾਅਦ ਕੀ ਤਬਦੀਲੀ ਆਈ, ਕੀ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਕਿ ਨਹੀਂ ਹੋਊਗੀ, ਜਿਹੜੀ ਇੱਕ ਰਿਪੋਰਟ ਜਿਹੜੀ ਹੈਗੀ ਉਹ ਅੱਗੇ ਮਾਰਕ ਹੋਈ ਹੈ ਕਿ ਨਹੀਂ ਹੋਈ ਹੈ। ਗਗਨ ਜੀ ਸਾਡੇ ਨਾਲ ਮੌਜੂਦ। ਗਗਨ ਜੀ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਪੋਕਸਮੈਨ ਟੀਵੀ ਦੇ ਵਿੱਚ। ਧੰਨਵਾਦ ਜੀ, ਥੈਂਕ ਯੂ। ਗਗਨ ਜੀ ਮੈਂ ਵੀ ਵੇਟ ਕਰਦਾ, ਸਾਡਾ ਅੰਨਦਾਤਾ ਵੀ ਵੇਟ ਕਰਦਾ, ਸਾਡਾ ਪੂਰਾ ਸੂਬਾ ਵੇਟ ਕਰ ਰਿਹਾ ਜਿਹੜਾ ਤੁਸੀਂ ਇਹ ਦਰਖਾਸਤ ਦਿੱਤੀ ਸੀਗੀ 4 ਸ਼ਖਸਾਂ ਦੇ ਖਿਲਾਫ ਜਿਹੜੇ ਕਾਫੀ ਪਾਵਰਫੁਲ ਨੇ। ਸੂਬੇ ਦਾ ਕੋਈ ਬੰਦਾ ਜਾਂ ਸੂਬੇ ਦਾ ਕੋਈ ਵੀ ਪੋਲੀਟਿਕਸ ਲੀਡਰ ਦੀ ਗੱਲ ਕਰ ਲਾਂ ਜਾਂ ਕੋਈ ਵੀ ਆਮ ਨਾਗਰਿਕ ਦੀ ਗੱਲ ਕਰ ਲਾਂ ਜਾਂ ਉੱਥੇ ਦੇ ਵਕੀਲ ਦੀ ਗੱਲ ਕਰ ਲਾਂ, ਕੋਈ ਵੀ ਨਹੀਂ ਚਾਹੂਗਾ ਕਿ ਮੈਂ CM ਦੇ ਖਿਲਾਫ ਜਿਹੜੀ ਹੈ ਦਰਖਾਸਤ ਦੇਵਾਂ। ਲੇਕਿਨ ਤੁਸੀਂ ਤਾਂ ਅਮਿਤ ਸ਼ਾਹ ਨੂੰ, ਨਰਿੰਦਰ ਮੋਦੀ ਨੂੰ, ਤੋਮਰ ਜੀ ਨੂੰ, ਮਨੋਹਰ ਲਾਲ ਖੱਟੜ ਜੀ ਦੇ ਖਿਲਾਫ ਲਗਾਤਾਰ ਸ਼ਿਕਾਇਤ ਦੇਤੀ, ਲੇਕਿਨ ਰਾਮ ਜੀ ਹਜੇ ਤੱਕ ਅੱਗੇ ਵਧਿਆ ਕਿ ਨਹੀਂ ਵਧਿਆ? ਮੈਂ ਤੁਹਾਨੂੰ ਦੱਸਦਾ ਜੀ ਵੀ ਉਹ ਜਿਹੜੀ ਦਰਖਾਸਤ ਦਿੱਤੀ ਸੀ ਅਸੀਂ 24 ਦਸੰਬਰ ਨੂੰ ਦਿੱਤੀ ਸੀਗੀ। DGP ਸਾਹਿਬ ਉੱਥੇ ਮਨੋਜ ਯਾਦਵ ਜੀ ਨੇ, ਉਹਨਾਂ ਨੂੰ ਪਰਸਨਲੀ ਅਸੀਂ ਮਿਲੇ ਸੀ। 6-7 ਵਕੀਲ ਉੱਥੋਂ ਲੁਧਿਆਣੇ ਤੋਂ ਐਡਵੋਕੇਟ ਗਏ ਸੀ ਔਰ ਸਾਡਾ ਮਕਸਦ ਇਹੀ ਸੀ ਕਿ ਜਿਹੜੀ ਵੀ ਆਮ ਤੌਰ ਤੇ ਕੋਈ ਵੀ ਬੰਦਾ ਜੋ ਸੁਸਾਈਡ ਨੋਟ ਲਿਖ ਕੇ ਸੁਸਾਈਡ ਕਰਦਾ ਹੈ ਤਾਂ ਜੇ ਦਿਨੇ ਜਾਂ ਸ਼ਾਮ ਨੂੰ ਜਦੋਂ ਵੀ ਉਹ ਸੁਸਾਈਡ ਕਮਿਟ ਹੁੰਦੀ ਹੈ ਤਾਂ ਵਿਦਿਨ ਆਵਰਸ ਮਤਲਬ ਕੁਝ ਘੰਟਿਆਂ ਦੇ ਵਿੱਚ FIR ਦਰਜ ਹੁੰਦੀ ਹੈ। ਮੇਰੇ ਕੋਲ ਆਪਣੇ ਕੋਲ ਖੁਦ ਦੇ ਕੋਲ ਪਤਾ ਨਹੀਂ ਕਿੰਨੇ ਕੇਸ ਇਦਾਂ ਦੇ ਚੱਲਦੇ ਆ ਜਿਨ੍ਹਾਂ ਦੇ ਵਿੱਚ ਕਾਫੀ ਸਾਰੇ ਲੋਕ ਇਹ ਵੀ ਕਲੇਮ ਕਰਦੇ ਆ ਕਿ ਸ਼ਾਇਦ ਜਿਹੜੀ ਇਹ ਦਰਖਾਸਤ ਹੈ ਇਹ ਉਹਦੇ ਵੱਲੋਂ ਨਹੀਂ ਲਿਖੀ ਹੋਈ ਜਾਂ ਸੁਸਾਈਡ ਨੋਟ ਇਹ ਬੰਦੇ ਵੱਲੋਂ ਨਹੀਂ ਲਿਖਿਆ ਹੋਇਆ, ਬਟ ਫਿਰ ਵੀ ਪੁਲਿਸ ਦਾ ਜਿਹੜਾ ਕੰਮ ਹੁੰਦਾ, ਪੁਲਿਸ ਸਭ ਤੋਂ ਪਹਿਲਾਂ ਤਾਂ ਇੱਕ FIR ਦਰਜ ਕਰਦੀ ਹੈ, ਬਾਅਦ ਦੇ ਵਿੱਚ ਅਗਲੀਆਂ ਗੱਲਾਂ ਸੁਣਦੀ ਹੈ। ਔਰ ਸੰਤ ਰਾਮ ਸਿੰਘ ਜੀ ਦੇ ਮਾਮਲੇ ਦੇ ਵਿੱਚ ਵੀ ਪੁਲਿਸ ਨੂੰ ਸਭ ਤੋਂ ਪਹਿਲਾਂ ਜਿਹੜੀ ਵੀ ਬੰਦਾ ਦੋਸ਼ੀ ਹੈ ਉਹਦੇ ਤੇ FIR ਕਰਨੀ ਚਾਹੀਦੀ ਹੈ। ਜਿਹੜਾ ਸਾਡਾ ਕਾਨੂੰਨ ਹੈ, ਸੰਵਿਧਾਨ ਹੈ, ਉਹ ਕੋਈ ਸਪੈਸ਼ਲ ਪ੍ਰਿਵਿਲੇਜ ਨਹੀਂ ਦਿੰਦਾ। ਜਿਹੜਾ ਭਾਵੇਂ ਨਰਿੰਦਰ ਮੋਦੀ ਹੈ, ਭਾਵੇਂ ਕੋਈ ਵੀ ਮੰਤਰੀ ਹੈ, ਤੋਮਰ ਹੈ ਜਾਂ ਇਹ ਮਨੋਹਰ ਲਾਲ ਖੱਟੜ ਹੈ, ਇਹਨਾਂ ਸਾਰਿਆਂ ਤੇ ਜਿਹੜੀ FIR ਹੈ ਉਹ ਐਜ਼ ਪਰ ਲਾਅ ਬਣਦੀ ਹੈ, ਜਿਹਦੇ ਵਾਸਤੇ ਅਸੀਂ ਕੰਪਲੇਂਟ ਦਿੱਤੀ ਸੀ। ਔਰ ਉਹ ਕੰਪਲੇਂਟ ਜਿਹੜੀ ਸਾਡੀ ਅੱਜ ਹੀ ਮੈਨੂੰ ਉੱਥੋਂ ਫੋਨ ਆਇਆ 6 ਤਰੀਕ ਅੱਜ ਉਹਨਾਂ ਨੇ ADGP ਰੋਹਤਕ ਜੀ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀ ਹੈ
ਔਰ ਮੈਨੂੰ ਪੱਕਾ ਯਕੀਨ ਹੈ ਜੀ ਇਹਦੇ ਤੇ FIR 100% ਹੋਏਗੀ ਔਰ ਇਹਨੂੰ ਅੰਦਰ ਕਰਾਵਾਂਗੇ ਅਸੀਂ। ADGP ਰੋਹਤਕ ਨੂੰ ਚਲੋ ਕੰਪਲੀਟ ਭੇਜ ਦਿੱਤੀ ਗਈ ਹੈ, ਲੇਕਿਨ ਇੰਨਾ ਸਮਾਂ, ਲੇਕਿਨ ਬਿੱਟੂ ਨੇ MP ਸਾਡੇ ਜਿਹੜੇ ਬਿੱਟੂ ਸਾਹਿਬ ਨੇ ਉਹਨਾਂ ਨੇ ਦਿੱਲੀ ਜਾ ਕੇ ਕਿਹਾ ਸੀਗਾ ਕੁਝ ਸਤਾਬਲੀ ਇਧਰ ਹੀ ਬੋਲੀ ਸੀ ਜਿਨ੍ਹਾਂ ਦੇ ਉੱਤੇ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਗਿਆ ਫੋਰਨ ਕੇਂਦਰੀ ਸਰਕਾਰ ਵੱਲੋਂ, ਜਿਹੜਾ ਕਿਹਾ ਗਿਆ ਸੀ ਉੱਥੇ ਪ੍ਰੈਸ਼ਰ ਪਾ ਕੇ ਦਿੱਲੀ ਪੁਲਿਸ ਦੇ ਉੱਤੇ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ। ਲੇਕਿਨ ਇਹ ਇੰਨਾ ਵੱਡਾ ਤੁਸੀਂ ਕਰ ਰਹੇ ਹੋ, ਲੇਕਿਨ ਇਹਨਾਂ ਦੇ ਉੱਤੇ ਹਜੇ ਕੋਈ ਵੀ ਦਰਖਾਸਤ ਕਿਉਂ ਨਹੀਂ ਲਿਖੀ? ਕਿ ਪੁਲਿਸ ਜਿਹੜੀ ਹੈਗੀ ਹੈ ਡਰ ਰਹੀ ਹੈ, ਕੀ ਮਤਲਬ ਕਿ ਪੁਲਿਸ ਲੜਖੜਾ ਰਹੀ ਹੈ, ਕਿ ਕਿਤਾ ਕਿਉਂ, ਕੀ ਸੋਚ ਕੀ ਰਹੀ ਹੈ ਪੁਲਿਸ? ਜਦੋਂ ਅਫਸਰਾਂ ਦੀਆਂ ਬਦਲੀਆਂ ਇਹਨਾਂ ਲੋਕਾਂ ਨੇ ਕਰਨੀਆਂ ਨੇ, ਜਦੋਂ ਉਹਨਾਂ ਨੇ ਇਹ ਦੇਖਣਾ ਕਿ ਕਿਹੜੇ ਅਫਸਰ ਨੂੰ ਕਿੱਥੇ ਲਾਣਾ ਹੈ, ਜਦੋਂ ਇਹ ਸਾਰਾ ਕੁਝ ਹੀ ਸਰਕਾਰ ਦੇ ਹੱਥ 'ਚ ਹੈ ਤੇ ਸਰਕਾਰ ਦੇ ਖਿਲਾਫ ਕਿਸੇ ਦੇ ਵੀ ਜਾਣ ਦੀ ਹਿੰਮਤ ਨਹੀਂ ਪੈਂਦੀ। ਬਿੱਟੂ ਦੇ ਖਿਲਾਫ ਜੇ ਤੁਸੀਂ ਕਹਿੰਦੇ ਹੋ ਕਿ ਰਵਨੀਤ ਸਿੰਘ ਬਿੱਟੂ ਦੇ ਖਿਲਾਫ FIR ਦਿੱਲੀ ਹੋਈ, ਪੰਜਾਬ ਦੇ ਵਿੱਚ ਕੋਈ ਕਰਾ ਕੇ ਦਿਖਾਵੇ। ਪੰਜਾਬ ਸਰਕਾਰ ਕਾਂਗਰਸ ਦੀ ਹੈ, ਬਿੱਟੂ ਤੇ FIR ਹੋ ਹੀ ਨਹੀਂ ਸਕਦੀ। ਹਰਿਆਣੇ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਹੈ, ਦਿੱਲੀ ਦੇ ਵਿੱਚ ਕਾਂਗਰਸ ਸਰਕਾਰ ਹੈ, ਉੱਥੇ ਆਰਾਮ ਨਾਲ FIR ਹੋਗੀ। ਔਰ ਇਹ ਨਾਲੇ ਕੋਈ ਸਟੇਟ ਮਿਨਿਸਟਰ ਨਹੀਂ ਨੇ, ਇਹ ਨੈਸ਼ਨਲ ਲੈਵਲ ਤੇ ਨੇ। ਆਪਣੇ ਨਰਿੰਦਰ ਮੋਦੀ ਸਾਡਾ ਪ੍ਰਧਾਨ ਮੰਤਰੀ ਹੈ ਔਰ BJP ਦੀ ਸਰਕਾਰ ਹੈ ਆਲ ਓਵਰ ਇੰਡੀਆ ਦੇ ਵਿੱਚ, ਜ਼ਿਆਦਾਤਰ ਮੈਜੋਰਟੀ ਜ਼ਿਆਦਾਤਰ ਸਟੇਟਸ 'ਚ ਵੀ ਇਹੀ ਨੇ। ਤੋ ਜਿੱਦਣ ਅਸੀਂ ਗਏ ਉਸ ਦਿਨ ਵੀ ਅਸੀਂ ਇਹ ਚੀਜ਼ ਦੇਖੀ ਕਿ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਸਾਨੂੰ ਉੱਥੇ DGP ਆਫਿਸ 'ਚ ਵੀ ਇਹ ਕਿਹਾ ਵੀ ਐਡੀ ਵੱਡੀ ਕੰਪਲੇਂਟ, ਐਡੀ ਵੱਡੀ ਤਾਂ ਅੱਜ ਤੱਕ ਕਦੇ ਨਹੀਂ ਆਈ। ਮਤਲਬ ਡਰਦੇ ਆ, ਮੈਂ ਸਿੱਧਾ ਕਹਿਣਾ ਵੀ ਡਰਦੇ ਆ। ਔਰ 24 ਤਰੀਕ ਤੋਂ ਲੈ ਕੇ ਵੀ ਅਸੀਂ ਨਾਰਮਲ ਦੇਖਦੇ ਹਾਂ, ਤੁਸੀਂ ਵੀ ਸ਼ਾਇਦ ਕਦੇ ਕੋਈ ਕੰਪਲੇਂਟ ਦਿੱਤੀ ਹੋਵੇ, ਅਸੀਂ ਕਮਿਸ਼ਨਰ ਸਾਹਿਬ ਕੋਲ ਜਾਂਦੇ ਹਾਂ ਜਾਂ ਕਿਸੇ DGP ਸਾਹਿਬ ਕੋਲ ਜਾਂਦੇ ਹਾਂ, ਸਵੇਰੇ ਕੰਪਲੇਂਟ ਦਿੰਦੇ ਹਾਂ, ਸ਼ਾਮ ਨੂੰ ਨੰਬਰ ਲੱਗ ਜਾਂਦਾ, ਪਤਾ ਲੱਗ ਜਾਂਦਾ ਵੀ ਅਗਲੀ ਕਾਰਵਾਈ ਇੱਥੇ ਭੇਜਤੀ। ਔਰ ਸਾਡੀ ਦਰਖਾਸਤ ਨੂੰ ਅਜੇ 13 ਦਿਨ ਹੋ ਗਏ, 13 ਦਿਨ ਬਾਅਦ ਵੀ ਘੱਟੋ ਘੱਟ ਮੇਰੇ ਖਿਆਲ 20-25 ਫੋਨ ਕਰਤੇ ਹੋਣੇ ਆ, ਬਾਰ-ਬਾਰ ਕਿਹਾ ਵੀ ਨਹੀਂ ਕਾਰਵਾਈ ਕਰੋਗੇ ਫਿਰ ਅਸੀਂ ਕੋਰਟ ਜਾਣਾ ਪਵੇਗਾ। ਬਟ ਐਂਡ ਅੱਜ ਉਹਨਾਂ ਨੇ ਇੱਕ ਕੰਪਲੇਂਟ ਸਾਡੀ ਮਾਰਕ ਕਰਤੀ FIR ਦਰਜ ਕਰਾਉਣ ਵਾਸਤੇ ਨਰਿੰਦਰ ਮੋਦੀ, ਜਿੰਨੇ ਤੁਸੀਂ ਨਾਮ ਦੱਸੇ ਨਾ ਸਾਰਿਆਂ ਦੇ ਖਿਲਾਫ, ਔਰ ਇਹ ਦਰਜ ਅਸੀਂ ਕਰਾ ਕੇ ਹਟਾਂਗੇ। ਮੈਂ ਨਾਮ ਨਹੀਂ ਦੱਸ ਰਿਹਾ, ਤੁਸੀਂ ਇੱਕ ਵਾਰੀ ਨਾਮ ਲੈ ਕੇ ਦੱਸੋ ਕਿਹਦੇ ਖਿਲਾਫ ਜਿਹੜੀ ਹੈ ਤੁਸੀਂ ਯਾਚਕਾ ਜਿਹੜੀ ਦਾਇਰ ਕਰਾਈ। ਦੇਖੋ ਮੈਨੂੰ ਕੋਈ ਮਾਣ ਨਹੀਂ ਮਹਿਸੂਸ ਹੁੰਦਾ, ਪਰ ਜਿਹੜੇ ਸਾਡੇ ਕਿਸਾਨ ਮਸਕੀਨਾਂ ਦੇ ਵੀਰਾਂ ਤੇ ਤਸ਼ੱਦਦ ਢਾਇਆ ਜਾ ਰਿਹਾ ਉਹਦਾ ਸਾਨੂੰ ਰੋਸ ਹੈ, ਉਹਦਾ ਅਸੀਂ ਬਦਲਾ ਅਸੀਂ ਆਪਣੇ ਤਰੀਕੇ ਨਾਲ ਲੈ ਰਹੇ ਹਾਂ। ਅਸੀਂ FIR ਦਰਜ ਕਰਾਵਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ, ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ ਦੇ ਖਿਲਾਫ, ਜਿਹੜੇ ਆਪਣੇ ਹੋਮ ਮਿਨਿਸਟਰ ਹੈ ਅਮਿਤ ਸ਼ਾਹ ਤੇ ਹਰਿਆਣੇ ਦੇ CM ਮਨੋਹਰ ਲਾਲ ਖੱਟੜ, ਇਹਨਾਂ ਚਾਰਾਂ ਦੇ ਉੱਤੇ ਬਾਈ ਨੇਮ ਕੰਪਲੇਂਟ ਦਿੱਤੀ ਹੈ। ਕਿਤੇ ਵੀ ਕੁਝ ਇਸ ਤਰ੍ਹਾਂ ਦਾ ਨਹੀਂ ਲਿਖਿਆ ਵੀ ਸਰਕਾਰ ਨੂੰ ਪਾਰਟੀ ਬਣਾਇਆ ਹੋਵੇ, ਬਿਲਕੁਲ ਪ੍ਰੋਪਰ ਇਹਨਾਂ ਦੇ ਨਾਮ ਲਿਖੇ ਨੇ। ਦੋਸ਼ੀ ਨੰਬਰ 1 2 3 4 ਕਰਕੇ ਚਾਰਾਂ ਦੇ ਨਾਮ ਅਸੀਂ ਬਾਈ ਨੇਮ ਕੰਪਲੇਂਟ ਦੇ ਕੇ ਆਏ ਹਾਂ, ਤਾਂ ਕਿ ਕਿਸੇ ਨੂੰ ਕੋਈ ਮਨ 'ਚ ਇਹ ਨਾ ਰਵੇ ਕਿ ਸ਼ਾਇਦ ਉਹ ਵੱਡਾ ਮੰਤਰੀ ਹੈ ਜਾਂ ਉਹ ਪ੍ਰਧਾਨ ਮੰਤਰੀ ਹੈ। ਇਹ ਪੰਜਾਬੀਆਂ ਨਾਲ ਇਹਦਾ ਪੰਗਾ ਪਿਆ, ਇਹਨੂੰ ਦੱਸਾਂਗੇ ਅਸੀਂ। 13 ਦਿਨ ਹੋ ਗਏ ਨੇ ADGP ਰੋਹਤਕ ਕੋਲ ਹੁਣ ਜਿਹੜੀ ਕੰਪਲੇਂਟ ਪਹੁੰਚੀ ਹੈ। ਜਦੋਂ ਮੈਂ ਸਵੇਰੇ ਤੁਹਾਨੂੰ ਪੁੱਛਿਆ ਸੀਗਾ ਤੁਸੀਂ ਕਿਹਾ ਸੀ ਹਜੇ ਵਿਸ਼ਾਲ ਜੀ ਹਜੇ ਕੁਝ ਹੋਇਆ ਨਹੀਂਗਾ, ਉਸ ਤੋਂ ਬਾਅਦ ਤੁਸੀਂ ਐਕਟਿਵ ਕਿੱਦਾਂ ਹੋ ਗਏ? ਮਤਲਬ ਤੁਸੀਂ ਇੰਨੀ ਦੇਰ ਭੁੱਲ ਚੁੱਕੇ ਹੋਏ ਸੀਗੇ ਮਾਮਲੇ ਨੂੰ ਕਿ ਕਿਉਂ ਨਹੀਂ ਤੁਸੀਂ ਕਾਰਵਾਈ ਜਿਹੜੀ ਪੁੱਛ ਰਹੇ ਸੀਗੇ ਲਗਾਤਾਰ? ਜਦੋਂ ਮੈਂ ਫੋਨ ਕੀਤਾ ਤੁਸੀਂ ਇੱਕੋ ਦਮ ਹੀ ਇਸ ਮਾਮਲੇ ਨੂੰ ਦੁਬਾਰਾ ਗੰਭੀਰਤਾ ਨਾਲ ਦੇਖਿਆ ਤੇ ਦੁਬਾਰਾ ਫੋਨ ਕੀਤਾ। ਇਹ ਸਹੀ ਹੈ ਕਿ ਗੱਲ ਤਾਂ ਕੋਈ ਯਾਦ ਦਿਲਾਉਣ ਸੀ ਤੁਹਾਨੂੰ ਯਾਦ ਆਇਆ? ਸਰ ਮੇਰੀ ਰੈਗੂਲਰ ਮੈਂ ਟੱਚ 'ਚ ਸੀਗਾ, ਮੇਰੇ ਤੁਸੀਂ ਫੋਨ ਕਾਲਸ ਮੇਰੇ ਕੋਲ, ਮੈਂ ਸਗੋਂ ਜਿੰਨੀ ਵਾਰੀ ਵੀ ਕਾਲ ਕੀਤੀ ਹੈ ਹਰ ਵਾਰ ਰਿਕਾਰਡਿੰਗ ਵੀ ਜ਼ਰੂਰ ਕੀਤੀ ਹੈ, ਕਿਉਂਕਿ ਮੈਨੂੰ ਪਤਾ ਵੀ ਵੱਡਾ ਮਸਲਾ ਹੈ ਉਹਦੇ ਤੇ। ਜੇ ਵਾਪਸੀ ਕਾਰਵਾਈ ਹੋ ਗਈ ਤਾਂ ਮੇਰੇ ਤੇ ਕਿੱਡੀ ਵੱਡੀ ਹੋ ਸਕਦੀ ਹੈ ਮੈਂ ਉਹਨੂੰ ਵੀ ਜਾਣਦਾ। ਇਸ ਕਰਕੇ ਮੈਂ ਜਿੰਨੀਆਂ ਵੀ ਮੇਰੇ ਕੋਲ ਸਾਰੀਆਂ ਕਾਲ ਰਿਕਾਰਡਡ ਨੇ, ਮੈਂ ਹਰ ਵਾਰੀ ਜਿੰਨੀ ਵਾਰੀ ਵੀ ਫੋਨ ਕੀਤਾ ਇੱਕੋ ਹੀ ਗੱਲ, ਉੱਥੇ ਜਿਹੜੇ ਵੀ ਇੰਸਪੈਕਟਰ ਸਾਹਿਬ ਜਾਂ ਜਿਹੜੇ ਵੀ ਮੈਡਮ ਫੋਨ ਚੱਕਦੇ ਸੀ, ਅਲੱਗ-ਅਲੱਗ ਬੰਦੇ ਹਰ ਵਾਰੀ ਉਹਨਾਂ ਦਾ ਜਿਹੜਾ ਆਫਿਸ ਆ ਉੱਥੇ ਅਲੱਗ-ਅਲੱਗ ਬੰਦਿਆਂ ਨੇ ਫੋਨ ਚੱਕਿਆ, ਉਹਨਾਂ ਨੇ ਹਰ ਵਾਰੀ ਇੱਕੋ ਹੀ ਗੱਲ ਕਹੀ ਵੀ ਤੁਹਾਡੀ ਕੰਪਲੇਂਟ ਬਹੁਤ ਵੱਡੀ ਹੈ ਜੀ, ਵੀ ਥੋੜੀ ਦੇਰ ਵੇਟ ਕਰੋ, ਹਜੇ DGP ਸਾਹਿਬ ਕੋਲ ਪਈ ਹੈ, ਉਹ ਮਾਰਕ ਕਰਨਗੇ, ਉਹ ਕੁਝ ਕਰਨਗੇ। ਮੈਂ ਕਿਹਾ ਫਿਰ ਅੱਜ ਜਦੋਂ ਤੁਹਾਡਾ ਫੋਨ ਆਇਆ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਸ ਤਰ੍ਹਾਂ ਵੀ ਮੈਂ ਬਹੁਤ ਜ਼ਿਆਦਾ ਕਾਲਸ ਕਰ ਚੁੱਕਾ ਵੀ ਮੇਰੀ ਮੈਂ ਹੁਣ ਦੁਬਾਰਾ ਫੋਨ ਨਹੀਂ ਕਰਨਾ। ਫਿਰ ਉਹ ਕਹਿੰਦੇ ਜੀ ਤੁਸੀਂ ਵੇਟ ਕਰੋ। ਫਿਰ ਵੇਟ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਦੁਬਾਰਾ ਫੋਨ ਕਰਨ ਲਈ ਕਿਹਾ, ਮੈਂ ਅੱਧੇ ਘੰਟੇ ਬਾਅਦ ਦੁਬਾਰਾ ਫੋਨ ਕੀਤਾ ਤਾਂ ਉਹਨਾਂ ਨੇ ਦੱਸਿਆ ਵੀ ਅੱਜ 6 ਜਨਵਰੀ 2021 ਨੂੰ ਸਾਡੀ ADGP ਰੋਹਤਕ ਜੀ ਨੂੰ ਕੰਪਲੇਂਟ ਮਾਰਕ ਕਰਕੇ ਅਗਲੀ ਕਾਰਵਾਈ ਲਈ ਭੇਜ ਦਿੱਤੀ ਹੈ। ਕਿਉਂਕਿ ਸਪੋਕਸਮੈਨ TV ਹੈਗਾ ਜਿਹੜਾ ਨਿਰਪੱਖ ਖਬਰ ਦਿਖਾਉਂਦਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਪਰਾਲਾ ਜਿਹੜਾ ਸ਼ੁਰੂ ਕੀਤਾ ਸੀਗਾ ਤੇ ਉਹ ਤੁਸੀਂ ਇੰਨਾ ਸਮਾਂ ਜਿਹੜਾ ਬੀਤ ਚੁੱਕਾ ਹੋਇਆ ਸੀਗਾ, ਅਸੀਂ ਸਮਾਂ ਇਸ ਕਰਕੇ ਤੁਹਾਡੇ ਕੋਲ ਇਸ ਕਰਕੇ ਨਹੀਂ ਆਏ ਸੀਗੇ ਕਿ ਅਸੀਂ ਦੇਖਣਾ ਚਾਹੁੰਦੇ ਸੀ ਕਿ ਤੁਸੀਂ ਸਾਨੂੰ ਖੁਦ ਫੋਨ ਕਰਕੇ ਦੱਸੋਗੇ ਕਿ ਨਹੀਂ ਦੱਸੋਗੇ। ਪੰਜਾਬੀ ਜਿਹੜਾ ਸਾਡਾ ਆਂਦਾ ਜਿਹੜਾ ਉੱਥੇ ਬੈਠਾ ਸਾਡਾ ਨੌਜਵਾਨ ਜਿਹੜਾ ਬੈਠਾ ਉਹ ਵੀ ਚਾਹੁੰਦਾ ਕਿ ਗਗਨ ਜੀ ਵੱਲੋਂ ਜਿਹੜੇ ਐਡਵੋਕੇਟ ਨੇ ਉਹਨਾਂ ਵੱਲੋਂ ਕੀ ਹਜੇ ਤੱਕ ਕਾਰਵਾਈ ਕੀਤੀ ਗਈ, ਕਿਉਂਕਿ 13 ਦਿਨ ਬਾਅਦ ਅਸੀਂ ਖੁਦ ਕਾਲ ਕਰਕੇ ਤੁਹਾਨੂੰ ਪੁੱਛਿਆ ਗਗਨ ਜੀ ਕੀ ਕਾਰਵਾਈ ਹੋਈ ਹੈ ਕਿ ADGP ਰੋਹਤਕ ਤੱਕ ਪਹੁੰਚੀ। ਹੁਣ ADGP ਰੋਹਤਕ ਕੋਲ ਅੱਗੇ ਤੁਹਾਨੂੰ ਬੁਲਾਇਆ ਕਦੋਂ ਗਿਆ? ਕੰਪਲੇਂਟ ਚਲੋ ਮਾਰਕ ਹੋ ਗਈ ਹੈ, ਹੁਣ ADGP ਰੋਹਤਕ ਤੁਹਾਨੂੰ ਕਦੋਂ ਬੁਲਾਊਗਾ? ਕੋਈ ਸਮਾਂ ਦਿੱਤਾ ਉਹਨਾਂ ਨੇ? ਉਹਨਾਂ ਨੇ DGP ਆਫਿਸ ਵਾਲਿਆਂ ਨੇ ਕਿਹਾ ਕਿ ਤੁਸੀਂ 4-5 ਦਿਨਾਂ ਬਾਅਦ ਉੱਥੇ ਚੱਲ ਜਾਓ ਆਪਣੇ ਬਿਆਨ ਦਰਜ ਕਰਾਉਣ ਲਈ ਇਸ FIR ਦੇ ਵਿੱਚ, ਔਰ ਅਸੀਂ ਨੈਕਸਟ ਵੀਕ ਉੱਥੇ ਜਾਵਾਂਗੇ। ਦੂਸਰੀ ਗੱਲ ਜਿਹੜੀ ਤੁਸੀਂ ਕਰ ਰਹੇ ਸੀ ਵੀ ਤੁਸੀਂ ਸਾਡੇ ਕੋਲ ਆਏ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ। ਗੋਦੀ ਮੀਡੀਆ ਦੇ ਅਸੀਂ ਸਖਤ ਖਿਲਾਫ ਆ। ਹੋ ਸਕਦਾ ਗੋਦੀ ਮੀਡੀਆ ਹੁੰਦਾ ਤਾਂ ਅਸੀਂ ਵੀ ਐਂਟਰਟੇਨ ਨਾ ਕਰਦੇ। ਸਾਡਾ ਇਸ ਟਾਈਮ ਜਿਹੜਾ ਮਕਸਦ ਹੈ ਉਹ ਸਿਰਫ ਤੇ ਸਿਰਫ ਸਾਡੇ ਕਿਸਾਨ ਵੀਰਾਂ ਦਾ ਹੱਕ ਲੈਣਾ। ਸਾਡੇ ਜਿਹੜੇ ਸੰਤ ਜਿਨ੍ਹਾਂ ਨੇ ਸੁਸਾਈਡ ਕੀਤੀ ਹੈ, ਸੁਸਾਈਡ ਨੂੰ ਅਸੀਂ ਬਿਲਕੁਲ ਪ੍ਰਮੋਟ ਨਹੀਂ ਕਰਦੇ। ਮਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ।
ਲੜਨਾ ਹੱਲ ਹੈ, ਵਿੱਚ ਵੱਜਣਾ ਜਾ ਕੇ ਪਰਚੇ ਦਰਜ ਕਰਾਉਣੇ ਆ, ਲੜਾਨਾ ਹੈ, ਉਹਦੇ ਲਈ ਅਸੀਂ ਸ਼ੁਰੂ ਤੋਂ ਪੰਜਾਬੀ ਮਸ਼ਹੂਰ ਆ। ਸੁਸਾਈਡ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ, ਪਰ ਜੇ ਕੋਈ ਘਟਨਾ ਵਾਪਰ ਗਈ ਹੈ ਤਾਂ ਉਹਦਾ ਇਨਸਾਫ ਲੈਣਾ ਸਾਨੂੰ ਆਉਂਦਾ ਹੈ। ਅਸੀਂ ਲੜ ਕੇ ਲਈਏ, ਮਰ ਕੇ ਲਈਏ, ਜਿੱਦਾਂ ਮਰਜ਼ੀ ਲਈਏ, ਤੁਹਾਨੂੰ ਲੈ ਕੇ ਦਿਖਾਵਾਂਗੇ। ਔਰ ਜੇ ਹਰਿਆਣਾ ਪੁਲਿਸ ਨੂੰ ਡੀਜੀਪੀ ਸਾਹਿਬ ਨੂੰ ਇਹ ਲੱਗੇ, ਮੈਂ ਉਹਨਾਂ ਨੂੰ ਅੱਜ ਵੀ ਸਪਸ਼ਟ ਕਿਹਾ, ਮੈਂ ਕਿਹਾ ਜੇ ਤੁਹਾਨੂੰ ਇਹ ਲੱਗੇ ਵੀ ਸ਼ਾਇਦ ਅਸੀਂ ਏਡੀਜੀਪੀ ਸਾਹਿਬ ਕੋਲ ਚੱਲ ਜਾਾਂਗੇ ਤੇ ਉੱਥੇ ਜਾ ਕੇ ਟੱਕਰਾਂ ਮਾਰ ਕੇ ਮੁੜ ਆਵਾਂਗੇ, ਵੀ ਨਹੀਂ, ਮੈਂ 15-20 ਦਿਨ ਵੇਟ ਕਰਨ ਤੋਂ ਬਾਅਦ ਅਸੀਂ ਸਾਰੇ ਵਕੀਲ ਭਰਾਵਾਂ ਨੇ ਜਿਨ੍ਹਾਂ ਨੇ ਦਰਖਾਸਤ ਦਿੱਤੀ ਹੈ, ਅਸੀਂ ਇਹ ਰਾਏ ਕੀਤੀ ਹੈ ਵੀ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਜੇ ਸਾਡੀ ਸੁਣਵਾਈ ਨਹੀਂ ਹੁੰਦੀ, ਅਸੀਂ ਪਰਚਾ ਦਰਜ ਕਰਾਉਣ ਲਈ ਮਾਨਯੋਗ ਕੋਰਟ 'ਚ ਜਾਵਾਂਗੇ। ਸਾਨੂੰ ਪਤਾ ਹੈ ਕਿ ਜਿਹੜੀਆਂ ਥਾਣੇ ਨੇ ਜਾਂ ਜਿਹੜੇ ਆਫਿਸ ਨੇ, ਸਰਕਾਰੀ ਮਹਿਕਮੇ ਨੇ, ਇਹ ਆਪਣੇ ਮੰਤਰੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਦੀਆਂ, ਪਰ ਅਸੀਂ ਵਕੀਲ ਹਾਂ, ਸਾਨੂੰ ਪਤਾ ਵੀ ਕਾਰਵਾਈ ਕਿੱਦਾਂ ਕਰਾਉਣੀ ਹੈ, ਸਾਨੂੰ ਕਰਾਣੀ ਆਉਂਦੀ ਹੈ, ਅਸੀਂ ਕਰਾ ਲਾਂਗੇ। ਗਗਨ ਜੀ, ਟਿਕਸ਼ਨ ਸੂਦ ਨੂੰ ਤਾਂ ਜਾਣਦੇ ਹੋਵੋਗੇ, ਬੀਜੇਪੀ ਦੇ ਜਿਹਦੇ ਗੋਹਾ ਸੱਟਿਆ ਗਿਆ ਸੀ ਕਿਸਾਨਾਂ ਨਾਲੋਂ, ਜਿਹੜਾ ਕਿਹਾ ਗਿਆ ਸੀ, ਉਹਨਾਂ ਨੇ ਬਿਆਨ ਦਿੱਤਾ ਸੀ ਕਿਸਾਨ ਨਹੀਂ ਹੈਗੇ, ਲੇਕਿਨ ਉਹਨਾਂ ਦੇ ਚਲਦੇ ਹੋਏ ਡੀਜੀਪੀ ਪੰਜਾਬ ਨੇ ਜਿਹੜਾ ਹੈਗਾ ਇੰਨੀ ਸਿਕਿਉਰਿਟੀ ਦੇਤੀ। ਚੰਦ ਕੁਝ ਬੀਜੇਪੀ ਵਾਲੇ ਹੁੰਦੇ ਨੇ, ਤੁਸੀਂ ਦੇਖਿਆ ਹੋਊਗਾ ਕੱਲ ਤੁਹਾਡੀ ਕਚਹਿਰੀ ਦੇ ਬਾਹਰ ਵੀ ਧਰਨਾ ਸੀਗਾ, ਪੁਲਿਸ ਫੋਰਸ ਨੇ ਪੂਰੀ ਤਰ੍ਹਾਂ ਘੇਰ ਕੇ ਰੱਖਿਆ ਸੀਗਾ। ਲੇਕਿਨ ਸਾਡਾ ਜਿਹੜਾ ਕਿਸਾਨ ਅੰਨਦਾਤਾ ਜਿਹਨੇ ਸ਼ਹਾਦਤਾਂ ਦੇਤੀਆਂ ਆਪਣੀ ਮੰਗਾਂ ਨੂੰ ਮੰਨਦੇ ਹੋਏ, ਸੰਤਾਂ ਨੇ ਸੁਸਾਈਡ ਤੱਕ ਕਰ ਲਈ, ਲੇਕਿਨ ਹਜੇ ਤੱਕ ਕੋਈ ਮੁਕੱਦਮਾ ਦਾਇਰ ਨਹੀਂ ਹੁੰਦਾ, ਨਾ ਕੋਈ ਇੱਦਾਂ ਸਿਕਿਉਰਿਟੀ ਉੱਤੋਂ ਦੀ ਲਾਠੀ ਚਾਰਜ ਕੀਤਾ ਜਾਂਦਾ ਉੱਤਰਾਖੰਡ ਦੀ ਪੁਲਿਸ ਵੱਲੋਂ। ਇਹ ਕਿੱਦਾਂ ਦਾ ਕਰ ਰਹੇ ਨੇ ਸਰ? ਇਹ ਬੜੀ ਤਰਾਸਦੀ ਰਹੀ ਹੈ ਸ਼ੁਰੂ ਤੋਂ। ਜਿਹੜੀਆਂ ਵਜ਼ੀਰੀਆਂ ਨੇ ਨਾ, ਇਹ ਉਹਨਾਂ ਨੂੰ ਮਿਲਦੀਆਂ ਜਿਹੜੀਆਂ ਸਰਕਾਰਾਂ ਦੇ ਖਾਸ ਹੁੰਦੇ ਆ, ਜਿਹੜੇ ਆਮ ਲੋਕਾਂ ਦੇ ਖਿਲਾਫ ਹੁੰਦੇ ਆ, ਜਿਹੜੇ ਲੋਕ ਹਿੱਤ ਦੀ ਗੱਲ ਨਹੀਂ ਕਰਦੇ, ਸਰਕਾਰਾਂ ਦੇ ਹੱਕ ਦੀ ਗੱਲ ਕਰਦੇ ਆ, ਸ਼ੁਰੂ ਤੋਂ ਹੀ ਵਜ਼ੀਰੀਆਂ ਉਹਨਾਂ ਨੂੰ ਮਿਲਦੀਆਂ ਜਾਂਦੀਆਂ। ਔਰ ਈਵਨ ਅੱਜ ਕੋਈ ਵੀ ਬੰਦਾ ਜੇ ਅੱਜ ਕਿਸਾਨਾਂ ਦੇ ਖਿਲਾਫ ਸਰਕਾਰਾਂ ਦੇ ਹੱਕ 'ਚ ਅੱਜ ਬੋਲਣਾ ਸ਼ੁਰੂ ਕਰਦੇ, ਸਰਕਾਰਾਂ ਨੇ ਉਹਨੂੰ 1 ਮਿੰਟ 'ਚ ਚੱਕ ਲੈਣਾ। ਹੁਣ ਉਹ ਜਿਹੜੀ ਉਹ ਆਪਣੇ ਕੰਗਨਾ ਹੈ, ਉਹਨੂੰ ਦੇਖਿਆ ਜਾਵੇਗਾ ਕਿ ਕਿੰਨੀ ਸਿਕਿਉਰਿਟੀ ਦੇਤੀ, ਉਹਦੇ ਪੱਲੇ ਕੀ ਹੈ? ਸਿਰਫ ਤੇ ਸਿਰਫ ਕਿ ਉਹ ਸਰਕਾਰਾਂ ਦੇ ਹੱਕ 'ਚ ਖੜੀ ਹੈ। ਸੋ ਸਰਕਾਰਾਂ ਦੇ ਨਾਲ ਟੱਕਰ ਲੈਣੀ ਹਮੇਸ਼ਾ ਹੀ ਔਖੀ ਹੁੰਦੀ ਹੈ। ਔਰ ਜਿਹੜੇ ਸਰਕਾਰਾਂ ਦੇ ਨਾਲ, ਮੈਂ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਵੀ ਜਿਹੜੇ ਉਹਨਾਂ ਨੂੰ ਹਰ ਵੇਲੇ ਉਹਨਾਂ ਦੇ ਪੈਰੀ ਹੱਥ ਲਾ ਕੇ ਤੇ ਉਹਨਾਂ ਦੇ ਮਗਰ ਫਿਰਦੇ ਆ, ਬੀਜੇਪੀ ਵਾਲੇ ਲੀਡਰ ਜੋ ਇਸ ਟਾਈਮ ਕਰ ਰਹੇ ਆ, ਉਹਨਾਂ ਨੂੰ ਚਾਹੀਦਾ ਸੀ ਕਿ ਉਹ ਪੰਜਾਬ ਦੇ ਵਸਨੀਕ ਹੋਣ ਦੇ ਕਾਰਨ, ਪੰਜਾਬ ਦੇ ਪੁੱਤ ਹੋਣ ਦੇ ਕਰਕੇ ਉਹ ਕਿਸਾਨਾਂ ਦੇ ਨਾਲ ਖੜਦੇ, ਨਾ ਕਿ ਉਹ ਆਪਣੀ ਪਾਰਟੀ ਨਾਲ ਖੜਦੇ। ਹੱਕ ਸੱਚ ਦੀ ਆਵਾਜ਼ ਲਈ ਖੜਨਾ ਚਾਹੀਦਾ। ਜਦੋਂ ਹੱਕ ਸੱਚ ਦੀ ਗੱਲ ਹੁੰਦੀ ਹੈ, ਉਸ ਟਾਈਮ ਫਿਰ ਤੁਹਾਨੂੰ ਪਾਰਟੀਆਂ ਨਹੀਂ ਦੇਖਣੀਆਂ ਚਾਹੀਦੀਆਂ। ਜਿਹੜੀ ਇਹ ਸਿਕਿਉਰਿਟੀ ਦੇਤੀ ਹੈ, ਇਹ ਵੀ ਮੈਂ ਕਹਿੰਦਾ ਇਹ ਗਲਤ ਹੈ। ਦੇਖੋ, ਇੱਕ ਗੋਹਾ ਸੁੱਟਿਆ, ਉਹਨਾਂ ਨੇ ਗੋਲੀਆਂ ਤਾਂ ਚਲਾਈਆਂ ਨਹੀਂ, ਗੋਹੇ ਨੂੰ ਹੀ ਇਹਨਾਂ ਨੇ ਪਤਾ ਨਹੀਂ ਕਿੱਡਾ ਵੱਡਾ ਹਥਿਆਰ ਬਣਾ ਦਿੱਤਾ, ਔਰ ਉਹ ਬਿਨਾਂ ਗੱਲ ਤੋਂ ਸਿਕਿਉਰਿਟੀ ਦੇ ਕੇ ਆਮ ਜਨਤਾ ਤੇ ਭਾਰ ਹੈ। ਹੁਣ ਕੀ ਬੀਜੇਪੀ ਵਾਲੇ, ਜੇ ਇੰਨਾ ਡਰ ਲੱਗਦਾ, ਤੁਸੀਂ ਘਰਾਂ 'ਚ ਬੈਠੋ, ਤੁਹਾਨੂੰ ਬਾਹਰ ਨਿਕਲਣ ਨੂੰ ਤਾਂ ਵੈਸੇ ਹੀ ਲੋਕ ਵੀ ਨਹੀਂ ਪਸੰਦ ਕਰ ਰਹੇ, ਤੁਹਾਨੂੰ ਬਾਹਰ ਨਿਕਲਣਾ ਵੀ ਨਹੀਂ ਚਾਹੀਦਾ। ਸਿਕਿਉਰਿਟੀ ਫਿਰ ਉਹੀ ਗੱਲ ਆ ਜਾਂਦੀ ਹੈ ਜੀ, ਸਿਕਿਉਰਿਟੀ ਲੈ ਕੇ ਹਮੇਸ਼ਾ ਜਿਹੜੇ ਵਜ਼ੀਰ ਲੋਕ ਨੇ, ਇਹਨਾਂ ਨੇ ਲੋਕਾਂ ਤੇ ਭਾਰ ਹੀ ਪਾਇਆ, ਔਰ ਬੀਜੇਪੀ ਵੱਲੇ ਵੀ ਉਹੀ ਰਸਤਾ ਤੇ ਤੁਰੇ ਹੋਏ ਨੇ। ਗਗਨ ਜੀ, ਫਾਈਨਲੀ ਹੈ ਕਿ ਜੋ ਮਤਲਬ ਦਰਖਾਸਤ ਦਿੱਤੀ ਗਈ ਹੈ, ਹੁਣ ਪੰਜਾਬੀ ਸਾਡਾ ਜਿਹੜਾ ਅੰਨਦਾਤਾ ਬੈਠਾ, ਹੁਣ ਉਹ ਕਹਿ ਸਕਦਾ ਹੈ ਗਰਵ ਦੇ ਨਾਲ, ਸਾਡਾ ਪੰਜਾਬ ਦਾ ਇੱਕ ਪੁੱਤਰ ਹੈਗਾ ਗਗਨ ਵਕੀਲ, ਕਿ ਉਹਨੇ ਹੁਣ ਫੱਟੇ ਚੱਕ ਦੇਣੇ ਨੇ। ਉੱਥੇ ਜਾ ਕੇ ਜੋ ਲਫ਼ਜ਼ ਮੈਂ ਯੂਜ਼ ਕੀਤਾ, ਫੱਟੇ ਚੱਕ ਦੇਣੇ ਨੇ। ਫੱਟੇ ਇਸ ਕਰਕੇ ਚੱਕ ਦੇਣੇ ਨੇ ਕਿਉਂਕਿ ਉਹ ਪੂਰਾ ਬਲਸ਼ਲ ਦੇ ਨਾਲ ਜਾ ਰਿਹਾ, ਉਹਦੇ ਨਾਲ ਉਹਨੂੰ ਪਤਾ, ਉਹਨੂੰ ਉਸ ਮਾਪਿਆਂ ਦਾ ਸਾਥ ਤੇ ਆਸ਼ੀਰਵਾਦ ਹੈਗਾ, ਜਿਹੜੇ ਮਾਪੇ ਜਿਹੜੇ ਹੈਗੇ ਨੇ ਆਪਣੇ ਆਰਡੀਨੈਂਸਾਂ ਨੂੰ ਕੈਂਸਲ ਕਰਾਉਣ ਵਾਸਤੇ ਬੈਠੇ ਹੋਏ ਨੇ। ਵਿਸ਼ਾਲ ਜੀ, ਬਹੁਤ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਅਸੀਸਾਂ, ਦੁਆਵਾਂ ਸਾਡੇ ਨਾਲ ਨੇ। ਸਾਡੇ ਖਿਲਾਫ ਕਾਰਵਾਈ ਹੋਵੇ ਨਾ ਹੋਵੇ, ਸਾਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ, ਪਰ ਪ੍ਰਧਾਨ ਮੰਤਰੀ ਦੇ ਖਿਲਾਫ ਅਸੀਂ ਹੁਣ ਕਾਰਵਾਈ ਕਰਕੇ ਦਿਖਾਵਾਂਗੇ। ਪੰਜਾਬ ਦਾ ਯੂਥ, ਪੰਜਾਬ ਦੇ ਬਜ਼ੁਰਗ, ਸਾਡੇ ਯੋਧੇ ਜਿਹੜੇ ਉੱਥੇ ਲੜ ਰਹੇ ਨੇ, ਅਸੀਂ ਉਹਨਾਂ ਅੱਗੇ ਸਿਰ ਝੁਕਦਾ ਹੈ। ਉੱਥੇ ਲੜਦੇ ਉਹ ਨੇ, ਬੈਰੀਕੇਡ ਦੇ ਵਾਟਰ ਕੈਨਨ ਉਹ ਸਹਿੰਦੇ ਨੇ, ਸੀਨਾ ਇੱਥੇ ਸਾਡਾ ਚੋੜੀ ਹੁੰਦਾ, ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ। ਔਰ ਅਸੀਂ ਤਾਂ ਬੜੇ ਨਿਮਾਣੇ ਜੀ ਉਹਨਾਂ ਦੇ ਬੱਚੇ ਆ, ਔਰ ਸਾਨੂੰ ਤਾਂ ਜੋ ਅਸੀਂ ਲੀਗਲੀ ਕਰ ਸਕਦੇ ਹਾਂ। ਇਸ ਟਾਈਮ ਹਰ ਨੁਮਾਇੰਦਾ, ਹਰ ਜਿਹੜਾ ਵੀ ਪੰਜਾਬ ਦਾ ਹਰ ਬਸ਼ਿੰਦਾ, ਜਿਹੜਾ ਵੀ ਕਿਸੇ ਵੀ ਰੂਪ 'ਚ ਹੈ, ਉਹ ਉੱਥੇ ਜਾ ਕੇ ਸੇਵਾ ਕਰ ਰਿਹਾ। ਕਿਸਾਨ ਤਾਂ ਛੱਡੋ, ਤੁਸੀਂ ਇਸ ਟਾਈਮ ਸਿੰਗਰ ਕੀ, ਹਰ ਬੰਦਾ ਉੱਥੇ ਜਿਹੜਾ ਵੀ ਜਾ ਰਿਹਾ ਉਹ ਕਿਸਾਨਾਂ ਦਾ ਪੁੱਤ ਬਣ ਕੇ ਜਾ ਰਿਹਾ, ਔਰ ਅਸੀਂ ਵੀ ਕਿਸਾਨਾਂ ਦੇ ਬੱਚੇ ਬਣ ਕੇ ਸੇਵਾ ਕਰਨੀ ਚਾਹੁੰਦੇ ਹਾਂ। ਸਾਡੇ ਲੈਵਲ ਤੇ ਅਸੀਂ ਜੋ ਕਰ ਸਕਦੇ ਹਾਂ। ਔਰ ਮੈਂ ਇੱਕ ਗੱਲ ਹੋਰ ਸਪਸ਼ਟ ਕਰ ਦੇਣੀ ਚਾਹੁੰਦਾ, ਸੰਤ ਰਾਮ ਸਿੰਘ ਜੀ ਦੀ ਨਹੀਂ, ਇਸ ਤੋਂ ਇਲਾਵਾ ਅਸੀਂ ਅਪਰੋਚ ਕਰ ਰਹੇ ਹਾਂ ਜਿਹੜੀਆਂ ਬਾਕੀ ਵੀ ਸੁਸਾਈਡਸ ਹੋਈਆਂ, ਜਿਨ੍ਹਾਂ ਦੇ ਵਿੱਚ ਸਰਕਾਰਾਂ ਦਾ ਡਾਇਰੈਕਟ ਨਰਿੰਦਰ ਮੋਦੀ ਦਾ ਨਾਮ ਲਿਖਿਆ। ਮੈਂ ਨਰਿੰਦਰ ਮੋਦੀ ਨੂੰ, ਵਕੀਲ ਸਾਹਿਬ ਨੇ ਉੱਥੇ ਇੱਕ ਸੁਸਾਈਡ ਕਮੇਟੀ ਕੀਤੀ, ਅਮਰਜੀਤ ਸਿੰਘ ਨੇ, ਉਹਨਾਂ ਨੇ ਲਿਖਿਆ ਵੀ ਨਰਿੰਦਰ ਮੋਦੀ ਨੇ ਜੋ ਕਿਹਾ ਉਹ ਕੀਤਾ ਨਹੀਂ। ਉਸ ਤੋਂ ਇਲਾਵਾ ਹੋਰ ਵੀ ਅਸੀਂ ਸਾਰਿਆਂ ਦੇ ਵਿੱਚ ਕਾਰਵਾਈ ਕਰਾਵਾਂਗੇ। ਇਹ ਬਿਲਕੁਲ ਨਾ ਸੋਚੇ, ਇਹਦਾ ਪੰਗਾ ਬਹੁਤ ਗਲਤ ਪੈ ਗਿਆ। ਪਾਲਿਆ ਇਹਨੇ ਜਿੱਥੇ ਹੱਥ ਲੱਤਾਂ ਇਹਦੀਆਂ ਪਹਿਲਾਂ ਹਿੱਲੀਆਂ ਪਈਆਂ, ਸਰਕਾਰ ਇਸ ਟਾਈਮ ਪੂਰੀ ਹਿੱਲੀ ਪਈ ਆ। ਦਿੱਲੀ ਦੇ ਵਿੱਚ ਜਾ ਕੇ ਜਿਹੜਾ ਕੱਲ ਆਪਣੇ ਇੰਗਲੈਂਡ ਤੋਂ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਦੌਰਾ ਰੱਦ ਕੀਤਾ, ਇਹ ਕੋਈ ਛੋਟੀ ਗੱਲ ਨਹੀਂ ਹੋਈ। ਇਹ ਛੋਟੀ ਗੱਲ ਹੈ, ਹੁਣ ਨੈਸ਼ਨਲ ਮੀਡੀਆ ਨਹੀਂ ਦੱਸੇਗਾ ਤਾਂ ਛੋਟੀ ਹੋਈ ਹੈ, ਜੇ ਤੁਸੀਂ ਦੱਸੋਗੇ ਤਾਂ ਫਿਰ ਉਹ ਵੱਡੀ ਬਣ ਜੂਗੀ। ਸੋ ਇਹਦਾ ਪੰਗਾ ਗਲਤ ਪੈ ਗਿਆ। ਇਹਨੂੰ ਅਸੀਂ ਲੀਗਲ ਕੰਮ ਦੇ ਵਿੱਚ ਟਾਈਮ ਜ਼ਰੂਰ ਲੱਗਦਾ, ਪਰ ਹੁੰਦਾ ਜ਼ਰੂਰ ਹੈ। ਇਹ ਜਿੱਦਣ ਦੋਸ਼ੀ ਬਣਾ ਕੇ ਹੱਥ ਕੜੀਆਂ ਲਿਆ ਕੇ ਕੋਰਟ ਦੇ ਵਿੱਚ ਖੜਾ ਕਰ ਦਾਂਗੇ ਨਾ, ਫਿਰ ਦੱਸਾਂਗੇ ਵੀ ਅਸੀਂ ਕੌਣ ਹੁੰਦੇ ਹਾਂ। ਡਰ ਤਾਂ ਨਹੀਂ ਲੱਗਦਾ? ਛੋਟੀ ਜਿਹੀ ਗੱਲ ਹੈ, ਡਰ ਤਾਂ ਨਹੀਂ ਲੱਗਦਾ? ਕਿਉਂਕਿ ਧਮਕੀਆਂ ਜਾਂ ਥ੍ਰੈਟ ਕੋਈ ਤਾਂ ਨਹੀਂ ਆਈ ਤੁਹਾਨੂੰ ਹੋਏ ਤੱਕ, ਜਦੋਂ ਤੱਕ ਪਤਾ ਲੱਗਿਆ ਹੋਵੇ, ਇੱਥੇ ਬੀਜੇਪੀ ਦੀ ਆਗੂਆਂ ਨੂੰ ਪਤਾ ਲੱਗਿਆ ਹੋਵੇ, ਲੁਧਿਆਣਾ ਸ਼ਹਿਰ ਦੇ ਆਗੂਆਂ ਨੂੰ ਪਤਾ ਲੱਗਿਆ ਹੋਵੇ ਕਿ ਇਹ ਵਕੀਲ ਜਿਹੜਾ ਹੈਗਾ ਵਾ, ਨੌਜਵਾਨ ਵਕੀਲ ਗਗਨ ਨੇ, ਇੰਨੇ ਸਾਡੇ ਪ੍ਰਾਈਮ ਮਿਨਿਸਟਰ ਦੇ ਖਿਲਾਫ ਜਿਹੜੀ ਹੈਗੀ ਹੈ ਦਰਖਾਸਤ ਦਿੱਤੀ ਹੈ, ਕੁਛ
ਗੱਲਬਾਤ ਕੀਤੀ ਹੋਵੇ ਜਾਂ ਵਿਚਲਾ ਕੋਈ ਰਸਤਾ ਅਪਣਾਇਆ ਹੋਵੇ, ਉਹਨਾਂ ਨੇ ਤੁਹਾਡਾ ਬੈਠ ਕੇ ਕੋਈ ਸੈਟਿੰਗ ਦੀ ਗੱਲ ਕਰਨੀ ਚਾਹੀ ਹੋਵੇ, ਇੱਦਾਂ ਦਾ ਕੋਈ ਫੋਨ ਕਾਲਸ ਤੁਹਾਨੂੰ ਆਈਆਂ? ਸਾਡੇ ਭਰਾ ਸ਼ਹਾਦਤਾਂ ਦੇ ਦਿਨ ਤਾਂ ਅਸੀਂ ਸੈਟਿੰਗਾਂ ਕਰ ਲਈਏ ਜੀ। ਅਸੀਂ ਤਾਂ ਜੀਣ ਮਰਨ ਵਾਲੇ ਬੰਦੇ ਆ, ਇਹਨਾਂ ਨੂੰ ਦੱਸਾਂਗੇ ਚੰਗੀ ਤਰ੍ਹਾਂ। ਉਹ ਥ੍ਰੈਟ ਜਿਹੜਾ ਇਨਡਾਇਰੈਕਟ ਵੇ ਨਾਲ ਮਾੜਾ ਮੋਟਾ ਤਾਂ ਚਲੋ ਚੱਲਦਾ ਹੀ ਹੈ, ਪਰ ਕੋਈ ਪਰਵਾਹ ਨਹੀਂ। ਜਦੋਂ ਨਰਿੰਦਰ ਮੋਦੀ ਦੇ ਖਿਲਾਫ ਅਸੀਂ ਕੰਪਲੇਂਟ ਦਰਖਾਸਤ ਲਿਖਾ ਰਹੇ ਸੀ, ਜਦੋਂ ਸਾਈਨ ਕਰ ਰਹੇ ਸੀ, ਜਦੋਂ ਅਸੀਂ ਦ੍ਰਿੜ ਨਿਸ਼ਚਾ ਕਰ ਲਿਆ ਸੀ, ਜਾਂ ਹੁਣ ਆਰ ਦੀ ਲੜਾਈ ਹੋਊਗੀ ਜਾਂ ਪਾਰ ਦੀ ਹੋਊਗੀ, ਇਹਨੂੰ ਦੱਸਾਂਗੇ ਚੰਗੀ ਤਰ੍ਹਾਂ, ਇਹਨੂੰ ਭਜਾਵਾਂਗੇ ਚੰਗੀ ਤਰ੍ਹਾਂ। ਇਹਨੂੰ ਜਿਹੜਾ ਗੁਜਰਾਤ ਤੋਂ ਦਿੱਲੀ ਆ ਕੇ ਬਹਿ ਗਿਆ, ਇਹਨੂੰ ਵਾਪਸ ਗੁਜਰਾਤ ਅਸੀਂ ਛੱਡ ਕੇ ਆਵਾਂਗੇ ਪੰਜਾਬ। ਪੈਸਾ ਹਰ ਚੀਜ਼ ਦਾ ਮਾਇਨੇ ਰੱਖਦਾ, ਕਿਉਂਕਿ ਸਾਡੇ ਜਿਹੜੇ ਉੱਥੇ ਬਾਬੇ ਸਾਡੇ ਜਿਹੜੇ ਬੈਠੇ ਨੇ, ਸਾਡੇ ਨੌਜਵਾਨ, ਸਾਡੇ ਮੇਰੇ ਭਰਾ ਮੇਰੀ ਭੈਣਾਂ ਜਿਹੜੀਆਂ ਉੱਥੇ ਬੈਠੀਆਂ, ਮੇਰੀ ਮਾਵਾਂ ਜਿਹੜੀਆਂ ਉੱਥੇ ਬੈਠੀਆਂ ਨੇ, ਲੇਕਿਨ ਗਗਨ ਜੀ ਵੱਲੋਂ ਬਹੁਤ ਸੋਹਣੀ ਗੱਲ ਕੀਤੀ ਗਈ ਹੈ ਕਿ ਪੈਸਾ ਜਿਹੜਾ ਹੈਗਾ ਉਹ ਮਾਇਨੇ ਨਹੀਂ ਰੱਖਦਾ, ਲੇਕਿਨ ਸਾਡਾ ਜ਼ਮੀਰ ਜਿਹੜਾ ਪੰਜਾਬੀਆਂ ਦਾ ਜ਼ਮੀਰ ਹੈਗਾ ਉਹ ਸਰਕਾਰਾਂ ਕਿੱਥੇ ਜਾਣ ਪਾਣਗੇ, ਸਾਡਾ ਜ਼ਮੀਰ ਕਿੱਥੇ ਤੱਕ ਹੈਗਾ। ਅਸੀਂ ਉਹ ਕੌਮ ਹੈਗੀ ਆ ਜਿਹੜੇ ਆਪਣੇ ਬਲਿਦਾਨ ਤੱਕ ਦੇ ਦਾਂਗੇ ਆਪਣੀ ਇੱਜ਼ਤ ਬਚਾਉਣ ਪਿੱਛੇ, ਲੇਕਿਨ ਕਿਸੇ ਅੱਗੇ ਝੁਕਾਂਗੇ ਨਹੀਂ ਗੇ। ਅਗਲੇ ਹਫਤੇ ਜਿਹੜਾ ਹੈਗਾ ਗਗਨ ਜੀ ਜਾ ਰਹੇ ਰੋਹਤਕ ADGP ਨੂੰ ਮਿਲਣ, ਅਸੀਂ ਉੱਥੇ ਵੀ ਜਾਵਾਂਗੇ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਗਗਨ ਜੀ ਦਾ ਪੂਰਾ ਸਾਥ ਦੇਈਏ ਤੇ ਗਗਨ ਜੀ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ, ਉਹ ਸਾਡੀ ਜਿਹੜੀ ਜਨਤਾ ਜਿਹੜੀ ਹੈਗੀ ਹੈ, ਸਾਡੇ ਅੰਨਦਾਤਾ ਜਿਹੜਾ ਹੈਗਾ ਉਹਨੂੰ ਦਿਖਾਈਏ ਕਿ ਗਗਨ ਜੀ ਵੱਲੋਂ ਅਗਲਾ ਸਟੈਪ ਕੀ ਹੈ। ਲੇਕਿਨ 13 ਦਿਨ ਬਾਅਦ ਇੱਕ ਰਿਪੋਰਟ ਜਿਹੜੀ ਹੈ ਮਾਰਕ ਹੁੰਦੀ ਹੈ DGP ਵੱਲੋਂ ADGP ਨੂੰ, 13 ਦਿਨ ਬੀਤਣ ਤੋਂ ਬਾਅਦ ਵੀ ਅਗਲਾ ਹਫਤਾ ਮੰਗਿਆ ਜਾਂਦਾ ਹੈ ਤੁਸੀਂ ਉੱਥੇ ਪਹੁੰਚੋ। ਹੁਣ ਦੇਖਦੇ ਹਾਂ ਅਗਲੇ ਹਫਤੇ ਕੀ ਕੀਤਾ ਜਾਂਦਾ, ਲੇਕਿਨ ਸਲੂਟ ਹੈ ਇੱਧਰ ਦੇ ਵਕੀਲਾਂ ਨੂੰ ਵੀ ਸਲੂਟ ਹੈ ਜਿਹੜਿਆਂ ਨੇ ਇਹ ਕੰਮ ਜਿਹੜਾ ਹੈਗਾ ਅੰਨਦਾਤਾ ਲਗਾਤਾਰ ਉੱਥੇ ਬੈਠਾ ਹੋਇਆ ਬਰੂਹਾਂ ਦੇ ਉੱਤੇ, ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਇਹ ਕੰਮ ਜਿਹੜੇ ਕੀਤੇ ਨੇ। ਲੇਕਿਨ ਹੋਰ ਵੀ ਜਿਹੜੇ ਹੈਗੇ ਲੋਕਾਂ ਨੂੰ ਤੇ ਵਕੀਲ ਭਾਈਚਾਰੇ ਨੂੰ ਇਕੱਠਾ ਹੋਣਾ ਚਾਹੀਦਾ, ਤਾਂ ਕਿ ਜਿਹੜਾ ਹੈਗਾ ਅਸੀਂ ਵੀ ਉਸ ਜੰਗ ਦਾ ਹਿੱਸਾ ਬਣ ਪਾਈਏ ਜਿਹੜਾ ਇਤਿਹਾਸ ਜਿਹਦਾ ਗਵਾਹ ਰਹੂਗਾ, ਕਿਉਂਕਿ ਇਤਿਹਾਸ ਹੀ ਗਵਾਹ ਹੁੰਦਾ। ਕਿਉਂਕਿ ਸਾਡੇ ਜਿਹੜੀ ਅੱਗੇ ਬੱਚੇ ਹੋਣੇ ਨੇ ਉਹਨਾਂ ਨੂੰ ਅਸੀਂ ਦਿਖਾ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਸਾਨੂੰ ਵੀ ਇਨਸਾਫ ਲੈਣ ਲਈ ਦਿੱਲੀ ਦੀ ਬਾਰਡਰਾਂ ਤੇ ਜਿਹੜੇ ਕਿ ਦਿੱਲੀ ਦੀ ਬਰੂਹਾਂ ਤੇ ਵੀ ਬਹਿਣਾ ਪੈ ਗਿਆ ਸੀ, ਸਾਡੇ ਬਾਪੂਆਂ ਨੇ ਜਾਨ ਤੱਕ ਦੇਤੀ ਸੀਗੀ। ਹੁਣ ਸਾਨੂੰ ਉਹ ਨੌਜਵਾਨਾਂ ਨੂੰ ਵੀ ਖੜੇ ਹੋਣਾ ਚਾਹੀਦਾ, ਜਿਹੜੇ ਨੌਜਵਾਨ ਸਿਰਫ ਫੇਸਬੁੱਕਾਂ ਦੇਖਦੇ ਨੇ ਜਾਂ TV ਦੇਖਦੇ ਨੇ, ਸੋਸ਼ਲ ਮੀਡੀਆ ਦੇਖਦੇ ਨੇ ਤੇ ਉੱਥੇ ਦਾ ਹਾਲ ਚਾਲ ਦੇਖ ਕੇ ਫੋਨ ਜਿਹੜਾ ਹੈਗਾ ਬੰਦ ਕਰਦੇ, ਲੇਕਿਨ ਉਹਨਾਂ ਨੂੰ ਕਿਤੇ ਨਾ ਕਿਤੇ ਹਿੱਸਾ ਪਾਉਣਾ ਚਾਹੀਦਾ, ਉੱਥੇ ਜਾਣਾ ਚਾਹੀਦਾ। ਹੁਣ ਦੇ ਕਿੰਨੇ ਕੁ ਲੋਕ ਜਿਹੜੇ ਹੈਗੇ ਨੇ ਇਸ ਵੀਡੀਓ ਤੋਂ ਬਾਅਦ ਜਿਹੜੇ ਹੈਗੇ ਨੇ ਉੱਥੇ ਜਾਂਦੇ ਨੇ ਤੇ ਉਹਨਾਂ ਦਾ ਸਾਥ ਦਿੰਦੇ ਨੇ। ਲੁਧਿਆਣਾ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ, ਰੋਜ਼ਾਨਾ ਸਪੋਕਸਮੈਨ TV।